ਕਿੱਥੇ ਕੁ ਤੁਸੀਂ ਸਰਕਾਰ ਦੇ ਕੰਮਾਂ ਨੂੰ ਕਿੱਥੇ ਕੁ ਤੱਕ ਦੇਖਦੇ ਹੋ ਕਿ ਕਿੰਨੇ ਕੁ ਲੋਕਾਂ ਦੇ ਕੰਮ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਤੁਹਾਡੀ ਨਿਗਾਹ ਦੇ ਵਿੱਚ, ਜੇ ਆਪਾਂ ਪੋਲੀਟੀਕਲੀ ਤੁਹਾਨੂੰ ਨਾ ਦੇਖੀਏ ਇੱਕ ਪੰਜਾਬ ਦੇ ਵਾਸੀ ਹੋਣ ਦੇ ਨਾਤੇ? 4 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ 52,000 ਸ਼ਗਨ, ਅੱਜ ਤੱਕ ਮੈਨੂੰ ਕੋਈ ਗਰੀਬ ਪਰਿਵਾਰ ਦੀ ਲੜਕੀ ਜਿਹਨੂੰ ਸ਼ਗਨ ਮਿਲਿਆ ਹੋਵੇ ਤੁਸੀਂ ਉਹ ਦਿਖਾ ਦਿਓ। ਕਿਸੇ ਨੂੰ 2500 ਪੈਨਸ਼ਨ ਮਿਲੀ ਹੋਵੇ ਮੈਨੂੰ ਉਹ ਦਿਖਾ ਦਿਓ। ਤੇ ਹੋਰ ਵੀ ਜਿਹੜੇ ਝੂਠੇ ਲਾਰੇ ਲਾਏ ਸੀ ਕਰਜ਼ਾ ਮਾਫੀ ਦੇ, ਕੁਰਕੀ ਖਤਮ ਕਰਨ ਦੇ, ਤੁਸੀਂ ਮੈਨੂੰ ਉਹ ਦਿਖਾ ਦਿਓ। ਪਿੰਡਾਂ ਦੀਆਂ ਹੁਣ ਵੀ ਫਰਦਾਂ ਤੇ ਉਨਾ ਹੀ ਕਰਜ਼ਾ ਜਿੰਨਾ ਪਹਿਲਾਂ ਸੀ। ਕੈਪਟਨ ਸਰਕਾਰ ਤਾਂ ਕਹਿ ਰਹੀ ਹੈ ਕਿ ਵੱਡੇ ਪੱਧਰ ਤੇ ਅਸੀਂ ਕਿਸਾਨਾਂ ਦੇ ਕਰਜ਼ੇ ਜਿਹੜੇ ਆ ਮਾਫ ਕਰ ਚੁੱਕੇ ਹਾਂ, ਤੇ ਕਿਸਾਨਾਂ ਤੋਂ ਉਹ ਕਹਿ ਰਹੇ ਨੇ ਕਿ ਤੁਸੀਂ ਪੁੱਛ ਸਕਦੇ ਹੋ ਕਿਸਾਨ ਸਾਡੇ ਨਾਲ ਖੁਸ਼ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ। ਜੇ ਕਰਜ਼ਾ ਖਤਮ ਹੋ ਗਿਆ ਤਾਂ ਕਰਜ਼ੇ ਨਾਲ ਹੋਣ ਵਾਲੀਆਂ ਖੁਦਕੁਸ਼ੀਆਂ ਕਿਉਂ ਨਹੀਂ ਰੁਕ ਰਹੀਆਂ? ਹਰ ਰੋਜ਼ ਖੁਦਕੁਸ਼ੀਆਂ ਹੋ ਰਹੀਆਂ। ਇਹ ਸਿਰਫ ਫੋਕੇ ਡਰਾਮੇ। ਪਹਿਲਾਂ ਅਕਾਲੀ ਸਰਕਾਰ ਨੇ 10 ਸਾਲ ਇਸੇ ਤਰ੍ਹਾਂ ਲੋਕਾਂ ਨੂੰ ਝੂਠ ਬੋਲਦੇ ਰਹੇ ਤੇ ਹੁਣ 4 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਦਾ ਰਿਹਾ। ਤੁਸੀਂ ਗੱਲ ਕਰ ਰਹੇ ਹੋ ਨਸ਼ੇ ਦੀ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਰਿਹਾ ਹੈ। ਕੈਪਟਨ ਸਾਹਿਬ ਕਹਿੰਦੇ ਕਿ ਨਸ਼ਾ ਬਾਰਡਰ ਪਾਰ ਤੋਂ ਆ ਰਿਹਾ ਜਦ ਪਾਕਿਸਤਾਨ ਤੋਂ, ਆਪਣੇ ਗਵਾਂਢੀ ਮੁਲਕ ਤੋਂ, ਕਿ ਉੱਥੇ ਦੇ ਸਿਕਿਉਰਿਟੀ ਦੀ ਜ਼ਿੰਮੇਵਾਰੀ ਜਿਹੜੀ ਆ BSF ਦੀ ਆ। BSF ਅੰਡਰ ਆ ਸੈਂਟਰ ਸਰਕਾਰ ਦੇ। ਜਿਹੜੀ ਤਰਨਤਾਰਨ ਅੰਮ੍ਰਿਤਸਰ ਵਾਲੇ ਏਰੀਏ 'ਚ ਸੈਂਕੜੇ ਨਕਲੀ ਦਾਰੂ ਨਾਲ ਮਰ ਗਏ, ਕੀ ਉਹ ਪਾਕਿਸਤਾਨ ਤੋਂ ਆਈ ਸੀ? ਕਿ ਸਾਨੂੰ ਨਹੀਂ ਪਤਾ ਵੀ ਖੰਨੇ ਨਕਲੀ ਦਾਰੂ ਦੀਆਂ ਫੈਕਟਰੀਆਂ ਫੜ ਹੋਈਆਂ। ਹਲਕਾ ਘਨੌਰ ਵਾਲੀ ਸਾਈਡ ਰਾਜਪੁਰੇ ਕੋਲ ਇੱਥੇ ਨਕਲੀ ਦਾਰੂ ਵਿਕਦੀ ਆ, ਇਹ ਪਾਕਿਸਤਾਨ ਤੋਂ ਆ ਰਹੀ ਆ। ਇਹ ਤਾਂ ਡਰਾਮੇਬਾਜ਼ੀ ਆ ਜੀ। ਪਾਕਿਸਤਾਨ ਤੋਂ ਆ ਰਿਹਾ, ਅਮਰੀਕਾ ਤੋਂ ਆ ਰਿਹਾ, ਕੈਨੇਡਾ ਤੋਂ ਆ ਰਿਹਾ, ਇੱਥੇ ਸਾਰਾ ਕੁਝ ਹੋ ਰਿਹਾ। ਅਰਵਿੰਦ ਕੇਜਰੀਵਾਲ ਸਾਹਿਬ ਨੇ ਜਿਹੜੇ ਮੁੱਖ ਮੰਤਰੀ ਦਿੱਲੀ ਨੇ, ਉਹਨਾਂ ਨੇ 17 ਦੀਆਂ ਵੋਟਾਂ ਦੇ ਵਿੱਚ ਫਲੈਕਸਾਂ ਲਵਾਈਆਂ ਕਿ ਵਿਕਰਮ ਮਜੀਠੀਆ ਨਸ਼ੇ ਦਾ ਸੁਦਾਗਰ ਹੈ। ਬਾਅਦ ਦੇ ਵਿੱਚ ਮਾਫੀ ਮੰਗ ਜਾਂਦੇ ਨੇ। ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿਤੇ ਵੀ ਆਮ ਲੋਕਾਂ ਦੇ ਬੈਰ ਪਵਾ ਕੇ ਕੇਜਰੀਵਾਲ ਸਾਹਿਬ ਆਪਣਾ ਪੱਲਾ ਝਾੜ ਗਏ? ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਪ੍ਰਾਈਡ ਪੰਜਾਬ TV ਦੇਖ ਰਹੇ ਹੋ। ਸਾਡੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੰਚਾਰਜ ਬਾਈ ਰਸ਼ਪਿੰਦਰ ਸਿੰਘ ਰਾਜਾ ਹੁਣੀ ਮੌਜੂਦ ਨੇ। ਇਲੈਕਸ਼ਨਾਂ ਦਾ 2022 ਦਾ ਤਕਰੀਬਨ 1 ਸਾਲ ਤੋਂ ਜਿਹੜਾ ਸਮਾਂ ਘਟਣਾ ਹੁਣ ਸ਼ੁਰੂ ਹੋ ਗਿਆ ਹੈ। ਆਪਾਂ ਬਾਈ ਉਹਨਾਂ ਨਾਲ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ, ਇਹਨਾਂ ਦੇ ਦਿੱਲੀ ਮਾਡਲ ਦੀ, ਕਿਉਂਕਿ ਗੱਲ ਬਹੁਤ ਵੱਡੇ ਪੱਧਰ 'ਤੇ ਕਰਦੇ ਨੇ ਜਦੋਂ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਪੰਜਾਬ ਦੇ ਵਿੱਚ ਕੋਈ ਰੈਲੀ ਕਰਦਾ ਜਾਂ ਕੋਈ ਜਨ ਸਭਾ ਕਰਦਾ, ਉਹ ਦਿੱਲੀ ਮਾਡਲ ਦੇ ਬਾਰੇ ਆਪਾਂ ਬਾਈ ਉਹਨਾਂ ਨਾਲ ਚਰਚਾ ਕਰਾਂਗੇ ਤੇ ਇਲੈਕਸ਼ਨ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਕਰਾਂਗੇ। ਜਿਹੜੇ ਹੋਰ ਮੁੱਦੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਸਾਰੇ ਬਾਈ ਉਹਨਾਂ ਨਾਲ ਵਿਚਾਰਾਂਗੇ। ਪਹਿਲਾਂ ਉਹ ਕਰਦੇ ਹਾਂ ਬਾਈ ਦਾ ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਆ ਪ੍ਰਾਈਡ ਪੰਜਾਬ TV ਤੇ। ਬਹੁਤ ਬਹੁਤ ਧੰਨਵਾਦ। ਪ੍ਰਾਈਡ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਸਰਕਾਰ, ਪੰਜਾਬ ਸਰਕਾਰ ਤੋਂ ਆਪਾਂ ਸ਼ੁਰੂਆਤ ਕਰੀਏ ਗੱਲ ਦੀ। ਮਤਲਬ ਕਿੱਥੇ ਕੁ ਤੁਸੀਂ ਸਰਕਾਰ ਦੇ ਕੰਮਾਂ ਨੂੰ ਕਿੱਥੇ ਕੁ ਤੱਕ ਦੇਖਦੇ ਹੋ ਕਿ ਕਿੰਨੇ ਕੁ ਲੋਕਾਂ ਦੇ ਕੰਮ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਤੁਹਾਡੀ ਨਿਗਾਹ ਦੇ ਵਿੱਚ, ਜੇ ਆਪਾਂ ਪੋਲੀਟੀਕਲੀ ਤੁਹਾਨੂੰ ਨਾ ਦੇਖੀਏ ਇੱਕ ਪੰਜਾਬ ਦੇ ਵਾਸੀ ਹੋਣ ਦੇ ਨਾਤੇ? ਦੇਖੋ, ਇਹ ਤਾਂ ਪੰਜਾਬ ਦੇ ਲੋਕ ਦੱਸ ਰਹੇ ਨੇ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ। 4 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ 52,000 ਸ਼ਗਨ, ਅੱਜ ਤੱਕ ਕੋਈ ਗਰੀਬ ਪਰਿਵਾਰ ਦੀ ਲੜਕੀ ਜਿਹਨੂੰ ਸ਼ਗਨ ਮਿਲਿਆ ਹੋਵੇ ਤੁਸੀਂ ਉਹ ਦਿਖਾ ਦਿਓ। ਕਿਸੇ ਨੂੰ 2500 ਪੈਨਸ਼ਨ ਮਿਲੀ ਹੋਵੇ ਮੈਨੂੰ ਉਹ ਦਿਖਾ ਦਿਓ। ਤੇ ਹੋਰ ਵੀ ਜਿਹੜੇ ਝੂਠੇ ਲਾਰੇ ਲਾਏ ਸੀ ਕਰਜ਼ਾ ਮਾਫੀ ਦੇ, ਕੁਰਕੀ ਖਤਮ ਕਰਨ ਦੇ, ਤੁਸੀਂ ਮੈਨੂੰ ਉਹ ਦਿਖਾ ਦਿਓ। ਪਿੰਡਾਂ ਦੀਆਂ ਹੁਣ ਵੀ ਫਰਦਾਂ ਤੇ ਉਨਾ ਹੀ ਕਰਜ਼ਾ ਜਿੰਨਾ ਪਹਿਲਾਂ ਸੀ। ਇਹਨਾਂ ਨੇ ਛੋਟੀਆਂ ਮੋਟੀਆਂ ਲਿਪਾ ਪੋਚੀਆਂ ਕਰਕੇ ਸਿਰਫ ਅਖਬਾਰਾਂ 'ਚ ਖਬਰਾਂ ਲਵਾਉਣ ਵਾਸਤੇ ਡਰਾਮੇ ਕੀਤੇ ਨੇ। ਗਰਾਊਂਡ 'ਤੇ ਕੋਈ ਕੰਮ ਨਹੀਂ ਹੋਇਆ। ਕੈਪਟਨ ਸਰਕਾਰ ਤਾਂ ਕਹਿ ਰਹੀ ਹੈ ਕਿ ਵੱਡੇ ਪੱਧਰ ਤੇ ਅਸੀਂ ਕਿਸਾਨਾਂ ਦੇ ਕਰਜ਼ੇ ਜਿਹੜੇ ਆ ਮਾਫ ਕਰ ਚੁੱਕੇ ਹਾਂ, ਤੇ ਕਿਸਾਨਾਂ ਤੋਂ ਉਹ ਕਹਿ ਰਹੇ ਨੇ ਕਿ ਤੁਸੀਂ ਪੁੱਛ ਸਕਦੇ ਹੋ ਕਿਸਾਨ ਸਾਡੇ ਨਾਲ ਖੁਸ਼ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ। ਨਹੀਂ, ਸੌਖਾ ਤਰੀਕਾ ਨਾ ਮੈਨੂੰ ਪੁੱਛਣ ਦੀ ਲੋੜ ਆ, ਨਾ ਕੈਪਟਨ ਸਰਕਾਰ ਨੂੰ ਪੁੱਛਣ ਦੀ ਲੋੜ ਆ। ਰੈਵਨਿਊ ਡਿਪਾਰਟਮੈਂਟ 'ਚ ਜਾਓ, ਕਿਸੇ ਬੈਂਕ 'ਚ ਜਾਓ, ਪਤਾ ਕਰੋ ਨਾ ਵੀ ਫਰਦਾਂ 'ਤੇ ਕੀ ਬੋਲ ਰਿਹਾ ਕਿਸਾਨਾਂ ਦੇ। ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਿ ਅਸੀਂ ਕਰਤਾ, ਉਹ ਤਾਂ ਕਹਿੰਦੇ ਨਸ਼ਾ ਖਤਮ ਕਰਤਾ। ਹਰ ਰੋਜ਼ ਡੈਥ ਹੁੰਦੀ ਹੈ ਕਿਸੇ ਨਾ ਕਿਸੇ ਨੌਜਵਾਨ ਦੀ ਟੀਕਾ ਲਾ ਕੇ। ਨਸ਼ਾ ਤਾਂ ਆ ਰਿਹਾ, ਵਿਕ ਰਿਹਾ, ਉਸੇ ਤਰ੍ਹਾਂ ਚੱਲ ਰਿਹਾ। ਕਰਜ਼ੇ ਕਰਕੇ, ਜੇ ਕਰਜ਼ਾ ਖਤਮ ਹੋ ਗਿਆ ਤਾਂ ਕਰਜ਼ੇ ਨਾਲ ਹੋਣ ਵਾਲੀਆਂ ਖੁਦਕੁਸ਼ੀਆਂ ਕਿਉਂ ਨਹੀਂ ਰੁਕ ਰਹੀਆਂ? ਹਰ ਰੋਜ਼ ਖੁਦਕੁਸ਼ੀਆਂ ਹੋ ਰਹੀਆਂ। ਇਹ ਸਿਰਫ ਫੋਕੇ ਡਰਾਮੇ। ਪਹਿਲਾਂ ਅਕਾਲੀ ਸਰਕਾਰ ਨੇ 10 ਸਾਲ ਇਸੇ ਤਰ੍ਹਾਂ ਲੋਕਾਂ ਨੂੰ ਝੂਠ ਬੋਲਦੇ ਰਹੇ ਤੇ ਹੁਣ 4 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਦਾ ਰਿਹਾ। ਤੇ ਹੁਣ ਉਸ ਝੂਠ ਨੂੰ ਲੁਕਾਉਣ ਲਈ ਤੁਸੀਂ ਸੁਣਿਆ ਹੋਣਾ ਕੱਲ੍ਹ ਪਰਸੋਂ ਤੋਂ ਪ੍ਰਸ਼ਾਂਤ ਕਿਸ਼ੋਰ ਨੂੰ
ਦੁਬਾਰਾ ਲਿਆਂਦਾ ਕਿ ਆਓ ਹੋਰ ਬੜੇ ਬੜੇ ਝੂਠ ਬੋਲੋ, ਇਸ ਵਾਰ ਫਿਰ ਲੋਕਾਂ ਨੂੰ ਬੇਵਕੂਫ ਬਣਾ ਕੇ ਅਗਲੇ 5 ਸਾਲ ਵਾਸਤੇ ਸਾਡੀ ਸਰਕਾਰ ਬਣਾ ਦਿਓ, ਕਿਉਂਕਿ ਇਹਨਾਂ ਦੇ ਆਪਣੇ ਪੱਲੇ ਕੁਝ ਵੀ ਹੈ ਨਹੀਂ, ਕੋਈ ਸੋਚ ਨਹੀਂ, ਕੋਈ ਵਿਜ਼ਨ ਨਹੀਂ, ਕੋਈ ਦੂਰ ਦ੍ਰਿਸ਼ਟੀ ਨਹੀਂ, ਸਿਰਫ ਸਮਾਂ ਟਪਾ ਰਹੇ ਨੇ। ਤੁਸੀਂ ਗੱਲ ਕਰ ਰਹੇ ਹੋ ਨਸ਼ੇ ਦੀ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਰਿਹਾ ਹੈ। ਕੈਪਟਨ ਸਾਹਿਬ ਕਹਿੰਦੇ ਕਿ ਨਸ਼ਾ ਬਾਰਡਰ ਪਾਰ ਤੋਂ ਆ ਰਿਹਾ ਜਦ ਪਾਕਿਸਤਾਨ ਤੋਂ, ਆਪਣੇ ਗਵਾਂਢੀ ਮੁਲਕ ਤੋਂ, ਕਿ ਉੱਥੇ ਦੇ ਸਿਕਿਉਰਿਟੀ ਦੀ ਜ਼ਿੰਮੇਵਾਰੀ ਜਿਹੜੀ ਆ BSF ਦੀ ਆ, BSF ਅੰਡਰ ਆ ਸੈਂਟਰ ਸਰਕਾਰ ਦੇ। ਦੇਖੋ ਡਰਾਮੇਬਾਜ਼ੀਆਂ ਨੇ ਸਾਰੀਆਂ। ਜਿਹੜੀ ਤਰਨਤਾਰਨ ਅੰਮ੍ਰਿਤਸਰ ਵਾਲੇ ਏਰੀਏ 'ਚ ਸੈਂਕੜੇ ਨਕਲੀ ਦਾਰੂ ਨਾਲ ਮਰ ਗਏ, ਕੀ ਉਹ ਪਾਕਿਸਤਾਨ ਤੋਂ ਆਈ ਸੀ? ਕਿ ਸਾਨੂੰ ਨਹੀਂ ਪਤਾ ਵੀ ਖੰਨੇ ਨਕਲੀ ਦਾਰੂ ਦੀਆਂ ਫੈਕਟਰੀਆਂ ਫੜ ਹੋਈਆਂ। ਆ ਹਲਕਾ ਘਨੌਰ ਵਾਲੀ ਸਾਈਡ ਰਾਜਪੁਰੇ ਕੋਲ ਇੱਥੇ ਨਕਲੀ ਦਾਰੂ ਵਿਕਦੀ ਆ, ਇਹ ਪਾਕਿਸਤਾਨ ਤੋਂ ਆ ਰਹੀ ਆ। ਇਹ ਤਾਂ ਡਰਾਮੇਬਾਜ਼ੀ ਆ ਜੀ। ਪਾਕਿਸਤਾਨ ਤੋਂ ਆ ਰਿਹਾ, ਅਮਰੀਕਾ ਤੋਂ ਆ ਰਿਹਾ, ਕੈਨੇਡਾ ਤੋਂ ਆ ਰਿਹਾ, ਇੱਥੇ ਹੀ ਸਾਰਾ ਕੁਝ ਹੋ ਰਿਹਾ। ਇਹਨਾਂ ਦੀ ਪੁਸ਼ਤ ਪਨਾਹੀ 'ਚ ਹੋ ਰਿਹਾ। ਅਤੇ ਜਿਹੜਾ ਇੱਕ ਸਰਪੰਚ ਤੁਸੀਂ ਸੁਣਿਆ ਹੋਣਾ ਪੈਲ ਤੋਂ ਚੱਕਿਆ ਸੀ, ਉਹਨਾਂ ਦੀਆਂ ਫੋਟੋਆਂ ਇਹਨਾਂ ਦੇ ਲੀਡਰਾਂ ਨਾਲ ਪਾਰਟੀਆਂ ਕਰਦਾ ਹੈ। ਇਹਨਾਂ ਦੇ ਅਮਰਿੰਦਰ ਸਿੰਘ ਕੈਪਟਨ ਦੇ OSD ਨਾਲ ਉਹਦੀਆਂ ਫੋਟੋਆਂ ਆਈਆਂ, ਉਹਦੀਆਂ ਵੱਡੀਆਂ ਗੱਡੀਆਂ 'ਚ ਇਹਨਾਂ ਦੇ ਲੀਡਰ ਘੁੰਮਦੇ ਨੇ, ਅਤੇ ਉਹਨੂੰ ਤਾਂ ਇਹਨਾਂ ਨੇ ਸਿਕਿਉਰਿਟੀ ਦੇ ਕੇ ਰੱਖੀ ਹੈ। ਅਤੇ ਬਾਕੀ ਗੱਲ, ਉਹ ਪਾਕਿਸਤਾਨ ਜਾ ਕੇ ਨਸ਼ਾ ਲੈ ਕੇ ਆਉਂਦਾ ਸੀ। ਇੱਥੇ ਹੀ ਸਾਰਾ ਕੁਝ ਚੱਲਦਾ, ਅਤੇ ਇਹਨਾਂ ਕਾਂਗਰਸੀ ਲੀਡਰਾਂ ਦੀ ਪੁਸ਼ਤ ਪਨਾਹੀ ਦੇ ਹੇਠ ਚੱਲਦਾ। ਲੀਡਰਾਂ ਨਾਲ ਫੋਟੋਆਂ ਹੋਣਾ ਮਤਲਬ ਇਹ ਤਾਂ ਨਹੀਂ ਕਿ ਲੀਡਰ ਵੀ ਉਨੇ ਹੀ ਬਰਾਬਰ ਦੇ ਗੁਨਾਹਗਾਰ ਹੋ ਗਏ, ਕਿਉਂਕਿ ਲੀਡਰਾਂ ਨੂੰ ਹਜ਼ਾਰਾਂ ਬੰਦੇ ਇਹੋ ਜਿਹੇ ਮਿਲਦੇ ਨੇ ਜਿਹੜੇ ਉਹਨਾਂ ਨਾਲ ਸੈਲਫੀ ਲੈ ਲੈਂਦੇ ਨੇ। ਨੌਜਵਾਨ ਤੁਹਾਨੂੰ ਵੀ ਮਿਲਦੇ ਹੋਣਗੇ, ਸੈਲਫੀ ਲੈ ਲੈਂਦੇ ਨੇ। ਫਿਰ ਕੋਈ ਇੱਦਾਂ ਤਾਂ ਨਹੀਂ, ਆਧਾਰ ਇਹੀ ਤਾਂ ਨਹੀਂ ਬਣਦਾ ਕਿ ਜੇ ਲੀਡਰ ਨਾਲ ਤੁਹਾਡੀ ਫੋਟੋ ਆ ਗਈ ਤਾਂ ਲੀਡਰ ਵੀ ਬਰਾਬਰ ਦਾ ਜਿਹੜਾ ਗੁਨਾਹਗਾਰ ਹੋ ਗਿਆ? ਮੇਰੀ ਗੱਲ ਸੁਣੋ, ਇੱਕ ਤੁਸੀਂ ਮਿਲਦੇ ਹੋ ਕਿਸੇ ਨੂੰ ਪਬਲਿਕ ਸਮਾਗਮ 'ਤੇ, ਜਿੱਥੇ ਕੋਈ ਪਰਸਨਲ ਪ੍ਰੋਗਰਾਮ ਨਹੀਂ, ਕੋਈ ਹਜ਼ਾਰਾਂ ਲੋਕਾਂ ਦਾ ਇਕੱਠ ਆ, ਤੁਹਾਡੇ ਨਾਲ ਕੋਈ ਵੀ ਫੋਟੋ ਖਿਚਾ ਜਾਂਦਾ। ਇਹ ਜਿਹੜੀਆਂ ਫੋਟੋਆਂ ਉਹ ਤਾਂ ਗੱਡੀਆਂ 'ਚ ਬੈਠੇ ਨੇ, ਦੰਦ ਕੱਢ ਰਹੇ ਨੇ, ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਨੇ। ਇਹਦਾ ਮਤਲਬ ਉਹਨਾਂ ਦੇ ਪਰਸਨਲ ਰਿਲੇਸ਼ਨ ਚੰਗੇ ਨੇ। ਅਣਜਾਣ ਸੈਲਫੀ ਨਹੀਂ ਹੈ ਉਹ, ਵੀ ਕੋਈ ਅਣਜਾਣ ਆ ਕੇ ਸਾਡੇ ਨਾਲ ਵੀ ਮੁੰਡੇ ਖਿਚਾ ਜਾਂਦੇ ਨੇ। ਉਹ ਹੁੰਦੀ ਹੈ ਇੱਕ ਅਣਜਾਣ ਤੁਰੇ ਜਾਂਦਿਆਂ ਦੀ। ਜਿਹੜੇ ਇਹਨਾਂ ਦੇ ਸੰਬੰਧ ਨੇ ਉਹ ਬਹੁਤ ਨਿੱਘੇ ਨੇ। ਕੀ ਗੱਲ, ਤੇ ਜਿਹੜੇ ਮੇਰੇ ਨਾਲ ਕੋਈ ਆ ਕੇ ਮੰਨ ਲਓ ਕੋਈ ਫੋਟੋ ਖਿਚਾਉਂਦਾ, ਮੈਂ ਉਹਨੂੰ ਸਿਕਿਉਰਿਟੀ ਦੇ ਦਿੰਦਾ, ਉਹਦੀ ਗੱਡੀ ਅੱਗੇ ਪੁਲਿਸ ਦੀ ਜਿਪਸੀ ਲੱਗਦੀ ਆ, ਪਾਇਲਟ ਲੱਗਦੀ ਆ। ਇਹ ਤਾਂ ਬਚਕਾਨੀਆਂ ਹਰਕਤਾਂ ਨੇ, ਦਾਅਵੇ ਆ ਜਿਹੜੇ ਕੈਪਟਨ ਸਰਕਾਰ ਦੇ ਉਹ ਖੋਖਲੇ ਸਾਬਤ ਹੋਏ ਨੇ, ਪੂਰੀ ਤਰ੍ਹਾਂ ਫੇਲ ਹੋਇਆ। ਪਹਿਲਾਂ ਅਕਾਲੀ ਸਰਕਾਰ ਦੇ ਮੰਤਰੀ ਸੰਤਰੀ ਜਿਨ੍ਹਾਂ ਦਾ ਨਾਮ ਆਉਂਦਾ ਰਿਹਾ ਚਿੱਟੇ 'ਚ, ਉਹਨਾਂ ਨੇ ਚਿੱਟੇ ਤੋਂ ਪੈਸੇ ਕਮਾਏ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਬੰਦੇ ਨੇ ਉਹ ਚਿੱਟਾ ਵੇਚ ਕੇ, ਰੇਤਾ ਵੇਚ ਕੇ, ਪੂਰਾ ਮਾਫੀਆ ਉਸੇ ਤਰ੍ਹਾਂ ਚੱਲ ਰਿਹਾ। ਕਾਲੀ ਕਮਾਈ, ਕਾਲਾ ਧੰਦਾ ਚੱਲ ਰਿਹਾ। ਕਿਸੇ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਫਿਕਰ ਨਹੀਂ। ਨੌਜਵਾਨ ਮਰ ਰਹੇ ਨੇ, ਕਿਸਾਨ ਮਰ ਰਹੇ ਨੇ, ਬੇਰੁਜ਼ਗਾਰੀ ਸਿਖਰਾਂ 'ਤੇ ਆ, ਸਰਕਾਰੀ ਪੋਸਟਾਂ ਖਾਲੀ ਪਈਆਂ। ਅਧਿਆਪਕ ਵਿਜੇਂਦਰ ਸਿੰਗਲੇ ਦੀ ਕੋਠੀ ਮੂਹਰੇ ਡਾਂਗਾ ਖਾ ਰਹੇ ਨੇ। ਸਾਡੀਆਂ ਕੁੜੀਆਂ ਭੈਣਾਂ, ਉਹਨਾਂ ਨੂੰ ਉੱਥੇ ਕੁੱਟਿਆ ਜਾ ਰਿਹਾ, ਉਹਨਾਂ ਦੀਆਂ ਚੁੰਨੀਆਂ ਖਿੱਚੀਆਂ ਜਾ ਰਹੀਆਂ। ਇਹ ਸਾਰੇ 'ਤੇ ਇੱਕ ਚੀਜ਼ 'ਤੇ ਆ ਕੇ ਤੁਸੀਂ ਇਕੱਲੀ ਸੈਲਫੀ ਨੂੰ ਛੱਡ ਦਿਓ, ਉਸ ਤੋਂ ਬਿਨਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਵੀ ਤੁਹਾਨੂੰ ਦੇਖਣੇ ਪੈਣੇ ਨੇ, ਕਿੱਥੇ ਪਹੁੰਚ ਗਏ ਨੇ। ਤੁਸੀਂ ਗੱਲ ਕਰ ਰਹੇ ਹੋ ਅਕਾਲੀ ਸਰਕਾਰ ਦੀ, ਕਿ ਅਕਾਲੀ ਸਰਕਾਰ ਦੇ ਵੇਲੇ ਵੀ ਨਸ਼ਾ ਹੋਵੇ, ਚਾਹੇ ਇੱਦਾਂ ਦੇ ਜਿਹੜੇ ਗੁਨਾਹਗਾਰ ਹੋਣ ਉਹ ਖੁੱਲ੍ਹੇਆਮ ਘੁੰਮਦੇ ਰਹੇ ਨੇ। ਅਰਵਿੰਦ ਕੇਜਰੀਵਾਲ ਸਾਹਿਬ ਨੇ ਜਿਹੜੇ ਮੁੱਖ ਮੰਤਰੀ ਦਿੱਲੀ ਨੇ, ਉਹਨਾਂ ਨੇ 17 ਦੀਆਂ ਵੋਟਾਂ ਦੇ ਵਿੱਚ ਫਲੈਕਸਾਂ ਲਵਾਈਆਂ ਕਿ ਵਿਕਰਮ ਮਜੀਠੀਆ ਨਸ਼ੇ ਦਾ ਸੌਦਾਗਰ ਹੈ। ਬਾਅਦ ਦੇ ਵਿੱਚ ਮਾਫੀ ਮੰਗ ਜਾਂਦੇ ਨੇ। ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿਤੇ ਵੀ ਆਮ ਲੋਕਾਂ ਦੇ ਬੈਰ ਪਵਾ ਕੇ ਕੇਜਰੀਵਾਲ ਸਾਹਿਬ ਆਪਣਾ ਪੱਲਾ ਝਾੜ ਗਏ, ਕਿਉਂਕਿ ਆਮ ਲੋਕਾਂ ਨੇ ਵੱਡੀ ਭਾਰੀ ਗਿਣਤੀ ਦੇ ਵਿੱਚ ਸਮਰਥਨ ਦਿੱਤਾ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਵਿਕਰਮ ਮਜੀਠੀਆ ਚਿੱਟਾ ਵੇਚਦਾ, ਲੋਕਾਂ ਨੇ ਪੋਸਟਰ ਲਾਏ। ਤੁਸੀਂ ਮਾਫੀ ਦੀ ਗੱਲ ਕਰੀ। ਤੁਹਾਨੂੰ ਪਤਾ ਕਿ 4 ਦਿਨ ਪਹਿਲਾਂ ਸੰਜੇ ਸਿੰਘ ਜੀ ਸਾਡੇ ਮਾਣਯੋਗ MP ਸਾਹਿਬ ਲੁਧਿਆਣੇ ਪੇਸ਼ੀ ਭੁਗਤ ਕੇ ਗਏ ਨੇ ਉਸੇ ਕੇਸ 'ਚ। ਠੀਕ ਹੈ, ਅਰਵਿੰਦ ਕੇਜਰੀਵਾਲ ਜੀ ਦਾ ਟਾਈਮ ਖਰਾਬ ਕਰਨ ਵਾਸਤੇ, ਸਮਾਂ ਖਰਾਬ ਕਰਨ ਵਾਸਤੇ ਇਹ ਲੋਕਾਂ ਨੇ ਉਹਨਾਂ 'ਤੇ ਝੂਠੇ ਕੇਸ ਪਾਏ ਸੀ। ਅਤੇ ਅਸੀਂ ਰਾਜਨੀਤੀ ਦੇ ਨਾਲ ਨਾਲ ਲੋਕਾਂ ਦੀ ਸੇਵਾ ਵੀ ਕਰਨੀ ਹੈ, ਕੰਮ ਵੀ ਕਰਨੇ ਆ। ਅਸੀਂ ਇਕੱਲੇ ਬਿਆਨਬਾਜ਼ੀਆਂ 'ਤੇ ਯਕੀਨ ਨਹੀਂ ਕਰਦੇ। ਸੰਜੇ ਸਿੰਘ ਅੱਜ ਵੀ ਆਪਣੇ ਉਸ ਬਿਆਨ 'ਤੇ ਕਾਇਮ ਆ। ਸਾਡੇ MP ਸਾਹਿਬ 4 ਦਿਨ ਪਹਿਲਾਂ ਲੁਧਿਆਣੇ ਕੋਰਟ 'ਚ ਪੇਸ਼ੀ ਭੁਗਤ ਕੇ ਗਏ ਨੇ। ਤਰੀਕ ਸੀਗੀ ਕੇਸ ਦੀ, ਚਿੱਟੇ ਵਾਲੇ ਕੇਸ ਦੀ, ਮਾਣਹਾਨੀ ਕੇਸ ਦੀ, ਇਸੇ ਕੇਸ ਦੀ। ਅਰਵਿੰਦ ਕੇਜਰੀਵਾਲ ਜੀ ਦਾ ਸਮਾਂ ਖਰਾਬ ਕਰਨ ਵਾਸਤੇ 30-35 ਅਲੱਗ-ਅਲੱਗ ਕੋਰਟਾਂ 'ਚ ਕਾਂਗਰਸੀਆਂ ਅਤੇ BJP ਵਾਲਿਆਂ ਨੇ ਕੇਸ ਪਾਏ ਹੋਏ ਸੀ। ਉਹਨਾਂ ਨੇ ਆਪਣਾ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੈ ਉਹਦੀ ਮਰਿਆਦਾ ਵੀ ਬਰਕਰਾਰ ਰੱਖਣੀ ਆ, ਲੋਕਾਂ ਦੀ ਸੇਵਾ ਵੀ ਕਰਨੀ ਆ, ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਕਰਨੇ ਆ। ਇਸ ਕਰਕੇ ਉਹ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਇਹ ਕੰਮ ਕੀਤਾ ਸੀ। ਅਤੇ ਦੂਜੀ ਗੱਲ, ਪੰਜਾਬ ਨਾਲ ਨੌਜਵਾਨ ਕਿੱਥੇ ਦਾ ਮਰਦਾ? ਨਸ਼ੇ ਨਾਲ ਜਿਹੜਾ ਨੌਜਵਾਨ ਆ ਉਹ ਪੰਜਾਬ ਦਾ ਮਰਦਾ। ਅਤੇ ਜਿਹੜੀ ਲੜਾਈ ਆ ਪੰਜਾਬ ਦੀ, ਇਹ ਪੰਜਾਬ ਦੇ ਲੋਕ ਲੜਨਗੇ ਜਾਂ ਤੁਸੀਂ ਚਾਹੁੰਦੇ ਹੋ ਕਿ ਬਾਹਰ ਤੋਂ ਅਰਵਿੰਦ ਕੇਜਰੀਵਾਲ ਜੀ ਆ ਕੇ ਲੜਨ?
ਅਸੀਂ ਪੰਜਾਬ ਦੇ ਲੋਕ ਹਾਂ। ਸਾਡੇ ਮਾਨਯੋਗ ਭਗਵੰਤ ਮਾਨ ਜੀ ਨੇ, ਸਾਡੇ MLA ਸਾਹਿਬਾਨ ਨੇ, ਅਸੀਂ ਪੰਜਾਬ ਦੀ ਲੜਾਈ ਲੜ ਰਹੇ ਹਾਂ ਅਤੇ ਅੱਗੇ ਹੋ ਕੇ ਲੜਾਂਗੇ। ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਲੀਡਰ ਨੇ, ਅਤੇ ਜਿਹੜੀ ਇਹ ਮਾਫੀਆ ਉਹ ਹੁਣ ਬਹੁਤ ਜ਼ਿਆਦਾ ਮਸਲਾ ਠੰਡੇ ਵਾਸਤੇ ਆ। ਉਹ ਮਤਲਬ ਇੱਦਾਂ ਦੀਆਂ ਗੱਲਾਂ ਕਰਕੇ ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਇੱਕ ਅਸਾਰੂ ਰਾਜਨੀਤੀ ਸਾਡੀ ਸਰਕਾਰ ਆਉਂਦੀ ਤਾਂ ਅਸੀਂ ਦੱਸਦੇ ਵੀ ਮਜੀਠੀਆ ਚਿੱਟਾ ਵੇਚਦਾ ਜਾਂ ਨਹੀਂ ਵੇਚਦਾ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਭਤੀਜੇ ਬਿਕਰਮ ਮਜੀਠੀਏ ਤੋਂ ਸਜ਼ਾ ਹੀ ਨਹੀਂ ਕਰਨਾ ਚਾਹੁੰਦਾ, ਉਹਦੀ ਜਿਹੜੀ ਫਾਈਲ ਆ, ਕੇਸ ਆ, ਉਹਨੂੰ ਖੋਲ੍ਹਣਾ ਹੀ ਨਹੀਂ ਚਾਹੁੰਦਾ, ਇਹ ਸਾਡੇ ਦਾਅਵੇ ਕਿਤੇ ਨਹੀਂ ਖੜਦੇ, ਕਿਉਂਕਿ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਮਜੀਠੀਏ ਦੇ ਨਾਲ ਖੜੀ ਆ। ਇਸ ਲਈ ਜਦੋਂ ਸਾਡੀ ਸਰਕਾਰ ਆਈ, ਇਸ ਮਾਫੀ ਦਾ ਜਵਾਬ ਸਜ਼ਾ ਦੇ ਕੇ ਮਜੀਠੀਏ ਨੂੰ ਜਵਾਬ ਦਿੱਤਾ ਜਾਊਗਾ, ਤਾਂ ਕਿ ਲੋਕਾਂ 'ਚ ਇੱਕ ਸੁਨੇਹਾ ਜਾਵੇ। ਆਪਾਂ ਛੋਟੇ ਲੈਵਲ 'ਤੇ ਨਸ਼ੇ ਦੀ ਗੱਲ ਕਰੀਏ, ਕਿਉਂਕਿ ਇੱਕ ਤਾਂ ਹੁੰਦਾ ਕਿ ਵੱਡੇ ਲੈਵਲ ਉਹਨਾਂ ਨੇ ਅੱਗੇ ਛੋਟੇ ਨੂੰ ਸਪਲਾਈ ਕਰਨਾ ਹੁੰਦਾ, ਉਹ ਚੇਨ ਤੋੜਨ ਵਾਸਤੇ, ਨਸ਼ੇ ਦੀ ਚੇਨ ਤੋੜਨ ਵਾਸਤੇ ਆਮ ਆਦਮੀ ਪਾਰਟੀ ਦਾ ਮਾਸਟਰ ਪਲਾਨ ਕੀ ਆ, ਰੋਡ ਮੈਪ ਕੀ ਆ, ਜੇ 2022 ਦੇ ਵਿੱਚ ਲੋਕ ਫਤਵਾ ਦੇ ਦਿੰਦੇ ਨੇ? ਮਾਸਟਰ ਪਲਾਨ ਕਰਨ ਦੀ ਕੋਈ ਲੋੜ ਨਹੀਂ, ਸਿਰਫ ਅਤੇ ਸਿਰਫ ਇਮਾਨਦਾਰੀ ਦੀ ਲੋੜ ਹੈ। ਤੁਹਾਨੂੰ ਹਲਕੇ 'ਚ ਇੱਕ ਇਮਾਨਦਾਰ MLA, ਇਮਾਨਦਾਰ DC, ਇਮਾਨਦਾਰ SSP, 3 ਬੰਦੇ ਤੁਹਾਨੂੰ ਇਮਾਨਦਾਰ ਮਿਲ ਜਾਣ, ਤੁਹਾਡੇ ਜ਼ਿਲ੍ਹੇ 'ਚ ਕੋਈ ਚੋਰ, ਕੋਈ ਨਸ਼ਈ ਫੰਗ ਨਹੀਂ ਖੜਾ ਸਕਦਾ। ਜਦੋਂ ਸਾਰੇ ਰਲ ਜਾਂਦੇ ਆ, ਇੱਕ ਹੋ ਜਾਂਦੇ ਆ, ਪੈਸੇ ਕਮਾਉਣ ਲੱਗ ਜਾਂਦੇ ਆ, ਤਾਂ ਨਸ਼ਾ ਛੋਟਾ ਹੋਵੇ ਬੜਾ ਹੋਵੇ, ਸਾਰੀਆਂ ਸਪਲਾਈਆਂ ਖੁੱਲ੍ਹ ਜਾਂਦੀਆਂ। ਸੋ ਇਹ ਕੋਈ ਬੜਾ ਰੌਲਾ ਨਹੀਂ, ਕੋਈ ਮਸਲਾ ਨਹੀਂ, ਸਿਰਫ ਇਮਾਨਦਾਰੀ ਦੀ ਲੋੜ ਆ। ਇਹਨਾਂ ਨਸ਼ਈ ਡਰੱਗ ਡੀਲਰਾਂ ਤੋਂ ਰਿਸ਼ਤੇਦਾਰੀਆਂ ਪਾਉਣ ਦੀ ਲੋੜ ਨਹੀਂ, ਇਹਨਾਂ ਨਾਲ ਫੋਟੋਆਂ ਖਿਚਾਉਣ ਦੀ ਲੋੜ ਨਹੀਂ। ਇਹਨਾਂ ਨੂੰ ਕੈਦ ਕਰਕੇ, ਇਹਨਾਂ 'ਤੇ ਕੇਸ ਚਲਾ ਕੇ, ਇਹਨਾਂ ਨੂੰ ਸਲਾਖਾਂ ਪਿੱਛੇ ਸਿੱਟਣ ਦੀ ਲੋੜ ਆ। ਸਪਲਾਈ ਚੇਨ ਤਾਂ ਦੂਸਰੇ ਦਿਨ ਟੁੱਟ ਜੂ। ਕਾਨੂੰਨ ਵਿਵਸਥਾ 'ਤੇ ਵੀ ਜਿਹੜੇ ਸਵਾਲ ਖੜ੍ਹੇ ਹੋ ਰਹੇ ਨੇ, MC ਦੀਆਂ ਇਲੈਕਸ਼ਨਸ ਤੋਂ ਬਾਅਦ ਕਾਂਗਰਸੀ ਇੱਕ ਲੀਡਰ ਦੀ ਹੱਤਿਆ ਹੋ ਜਾਂਦੀ ਹੈ ਗੋਲੀਆਂ ਮਾਰ ਕੇ, ਉਹਦੇ ਬਾਰੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ, ਕੀ ਕਹਿ ਰਹੇ ਨੇ? ਕਿ ਜਦ ਕਿ ਉਹ ਕਹਿ ਲਓ ਕਿ ਸੱਤਾ ਧਿਰ ਦੇ ਨਾਲ ਸੰਬੰਧਿਤ ਸੀਗੇ, ਇੱਕ ਸੱਤਾ ਧਿਰ ਦੇ ਆਗੂ ਦਾ ਇਸ ਤਰ੍ਹਾਂ ਕਤਲ ਹੋ ਜਾਣਾ? ਦੇਖੋ, ਜਿਹੜਾ ਲਾ ਐਂਡ ਆਰਡਰ ਆ, ਇਹਦੀ ਜ਼ਿੰਮੇਵਾਰੀ ਹੁੰਦੀ ਆ ਗ੍ਰਹਿ ਵਿਭਾਗ ਦੀ। ਅਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ, ਇਹਨਾਂ ਨੇ ਦਰਜਨਾਂ ਮਹਿਕਮੇ ਆਪਣੇ ਕੋਲ ਰੱਖੇ ਹੋਏ ਨੇ। ਸਮਾਂ ਇਹਨਾਂ ਕੋਲ ਹੈ ਨਹੀਂ, ਅਤੇ ਜਦੋਂ ਤੁਹਾਡੇ ਕੋਲ ਸਮਾਂ ਹੈ ਨਹੀਂ ਤਾਂ ਤੁਸੀਂ ਉਹਨਾਂ ਵਿਭਾਗਾਂ ਨੂੰ ਚੰਗੀ ਤਰ੍ਹਾਂ ਨਹੀਂ ਚਲਾ ਸਕਦੇ। ਉਹਨਾਂ ਦੀ ਚੰਗੀ ਤਰ੍ਹਾਂ ਜਿਹੜੀ ਨਜ਼ਰਸਾਨੀ ਆ, ਜਿਹੜੀ ਜਵਾਬਦੇਹੀ ਆ, ਉਹ ਨਹੀਂ ਤੈਅ ਕਰ ਸਕਦੇ। ਇਹ ਗੱਲ ਤੁਹਾਨੂੰ ਮੰਨਣੀ ਪੈਣੀ ਆ। ਖੇਤੀਬਾੜੀ ਕੈਪਟਨ ਅਮਰਿੰਦਰ ਸਿੰਘ ਕੋਲ, ਐਕਸਾਈਜ਼ ਆਬਕਾਰੀ ਕੈਪਟਨ ਅਮਰਿੰਦਰ ਸਿੰਘ ਕੋਲ, ਗ੍ਰਹਿ ਵਿਭਾਗ ਕੈਪਟਨ ਅਮਰਿੰਦਰ ਸਿੰਘ, ਅਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮਲਾਈਦਾਰ ਅਹੁਦੇ, ਕਿਉਂਕਿ ਇਹਨਾਂ ਨੇ ਪੈਸਾ ਕਮਾਉਣਾ। ਪੈਸਾ ਕਮਾਉਣ ਦੇ ਚੱਕਰ 'ਚ ਸਾਰਾ ਕੁਛ ਆਪਣੇ ਕੋਲ ਰੱਖੀ ਬੈਠੇ ਨੇ, ਅਤੇ ਉਹਦੇ ਦੀ ਕੋਈ ਮਤਲਬ ਜੋ ਚੱਲ ਰਿਹਾ, ਕਿਸੇ ਨੂੰ ਕੋਈ ਪਰਵਾਹ ਨਹੀਂ। ਕੋਈ ਮਰ ਰਿਹਾ, ਚਾਹੇ ਇਹਨਾਂ ਦਾ ਆਪਣਾ ਮਰ ਰਿਹਾ, ਚਾਹੇ ਕੋਈ ਬੇਗਾਨਾ ਮਰ ਰਿਹਾ, ਇਹਨਾਂ ਸਰਕਾਰਾਂ ਨੂੰ ਸਿਰਫ ਅਤੇ ਸਿਰਫ ਪੈਸਾ ਕਮਾਉਣ ਤੱਕ ਮਤਲਬ ਆ। ਇਹਨਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਫਰਕ ਨਹੀਂ ਪੈਂਦਾ। ਕੋਈ ਮਰੇ, ਕੋਈ ਜੀਵੇ। ਤੁਸੀਂ ਦੇਖ ਹੀ ਲਿਆ ਹੋਣਾ, ਜਦੋਂ ਇਹਨਾਂ ਨੂੰ ਆਪਣਿਆਂ 'ਤੇ ਫਰਕ ਨਹੀਂ ਪੈ ਰਿਹਾ ਤਾਂ ਕਿਸੇ ਬੇਗਾਨੇ 'ਤੇ। ਥੋੜ੍ਹੇ ਦਿਨ ਪਹਿਲਾਂ ਇੱਕ ਨਵਾਂ ਸ਼ਹਿਰ ਏਰੀਏ 'ਚ ਪੱਤਰਕਾਰ ਦੀ ਹੱਤਿਆ ਕੀਤੀ ਗਈ ਐਕਸੀਡੈਂਟ ਕਰਕੇ। ਹੋਰ ਵੀ ਇਹੋ ਜਿਹੇ ਕੇਸ ਆਏ ਆ ਜਿੱਥੇ ਲੋਕਾਂ ਨੇ ਪੈਸੇ ਖਾਤਰ ਇੱਕ ਦੂਜੇ ਨੂੰ ਮਾਰਨ ਤੱਕ ਦੀਆਂ ਕਾਰਵਾਈਆਂ ਹੋਈਆਂ, ਪਰ ਸਰਕਾਰ ਸੁੱਤੀ ਪਈ ਆ। ਇਹ ਤੁਹਾਨੂੰ ਮੰਨਣਾ ਪੈਣਾ, ਉਹ ਪੈਸਾ ਕਮਾ ਰਹੀ ਹੈ। ਸਿਰਫ ਅਤੇ ਸਿਰਫ ਪੈਸਾ ਕਮਾਉਣਾ ਉਹਦਾ ਮੁੱਖ ਮਕਸਦ ਆ। ਬਿਲਕੁਲ। ਦਿੱਲੀ ਮਾਡਲ ਦੀ ਆਪਾਂ ਗੱਲ ਕਰੀਏ, ਬੜੀ ਚਰਚਾ ਜਦੋਂ ਵੀ ਕੇਜਰੀਵਾਲ ਸਾਹਿਬ ਚਾਹੇ ਪੰਜਾਬ ਆਉਂਦੇ ਨੇ, ਚਾਹੇ ਮਾਣਯੋਗ ਭਗਵੰਤ ਮਾਨ ਸਾਹਿਬ ਹੁਣ MP ਸਾਹਿਬ, ਤੁਹਾਨੂੰ ਲੱਗਦਾ ਕਿ ਦਿੱਲੀ ਦੇ ਮੁੱਦੇ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾ ਸਕਦੀ ਆ? ਦੇਖੋ, ਦਿੱਲੀ ਦੇ ਮੁੱਦੇ, ਇੱਕ ਗੱਲ ਤੁਹਾਨੂੰ ਸਮਝਣੀ ਪੈਣੀ ਆ, ਅਤੇ ਸਾਡੇ ਆਮ ਲੋਕਾਂ ਨੂੰ, ਵੀਰਾਂ ਭਰਾਵਾਂ ਨੂੰ ਵੀ ਸਮਝਣੀ ਪੈਣੀ ਆ ਕਿ ਦਿੱਲੀ ਮਾਡਲ ਹੈ ਕੀ। ਦਿੱਲੀ ਮਾਡਲ ਕੋਈ ਅਮਰੀਕਾ ਦੀ ਯੂਨੀਵਰਸਿਟੀ ਜਾਂ ਕੈਨੇਡਾ ਦੀ ਜਾਂ ਇੰਗਲੈਂਡ ਦੀ ਯੂਨੀਵਰਸਿਟੀ ਦਾ ਕੋਈ ਪ੍ਰੋਜੈਕਟ ਨਹੀਂ ਹੈ। ਦਿੱਲੀ ਮਾਡਲ ਸਿੰਪਲ, ਸੌਖੇ ਸ਼ਬਦਾਂ 'ਚ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਕਰਨ ਦਾ ਨਾਮ ਹੈ ਦਿੱਲੀ ਮਾਡਲ। ਬੇਰੁਜ਼ਗਾਰ ਨੂੰ ਬੇਰੁਜ਼ਗਾਰੀ ਭੱਤਾ, ਬੁਢਾਪਾ ਪੈਨਸ਼ਨ 2500 ਰੁਪਈਆ, ਟੋਲ ਟੈਕਸ, ਸੜਕਾਂ ਦੇ ਖਰਚੇ ਮਾਫ, ਬਿਜਲੀ ਫਰੀ, ਪਾਣੀ ਫਰੀ, ਸਿੱਖਿਆ ਲਈ ਵਧੀਆ ਸਕੂਲ, ਇਲਾਜ ਲਈ ਮੁਫਤ ਹਸਪਤਾਲ, ਵਧੀਆ ਦਵਾਈਆਂ, ਵਧੀਆ ਆਪਰੇਸ਼ਨ ਤੁਹਾਡੇ ਫਰੀ 'ਚ ਹੋ ਰਹੇ ਨੇ। ਇਹਦਾ ਨਾਮ ਆ ਦਿੱਲੀ ਮਾਡਲ। ਅਤੇ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਇਸ ਚੀਜ਼ ਦੀ ਲੋੜ ਆ? ਕੀ ਗੱਲ, ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ਦੀ ਲੋੜ ਨਹੀਂ? ਪੰਜਾਬ ਦੇ ਲੋਕਾਂ ਦੇ ਬੱਚੇ ਪੜ੍ਹਾਉਣ ਲਈ ਸਾਨੂੰ ਸਕੂਲਾਂ ਦੀ ਲੋੜ ਨਹੀਂ? ਸਾਨੂੰ ਚੰਗੇ ਇਨਫਰਾਸਟਰਕਚਰ ਦੀ ਲੋੜ ਨਹੀਂ? ਸਾਨੂੰ ਉਸ ਇਮਾਨਦਾਰੀ ਦੀ ਲੋੜ ਨਹੀਂ ਜਿਹੜੇ ਇੱਕ ਫਲਾਈਓਵਰ 'ਚੋਂ 100 ਕਰੋੜ, 150 ਕਰੋੜ ਬਚਾ ਕੇ ਲੋਕਾਂ ਦੀ, ਮੰਨ ਲਓ ਮਹਿਲਾਵਾਂ ਦੀ
ਯਾਤਰਾ ਫ੍ਰੀ ਕਰਤੀ ਬੱਸਾਂ 'ਚ, ਸਾਨੂੰ ਲੋੜ ਨਹੀਂ। ਇਹੀ ਮਾਡਲ ਆ। ਮਾਡਲ ਦਾ ਸਿਰਫ ਅਤੇ ਸਿਰਫ ਸੌਖਾ ਮਕਸਦ ਲੋਕਾਂ ਦੀ ਜ਼ਿੰਦਗੀ ਸੌਖੀ ਕਰਨਾ ਸਾਡਾ ਮਾਡਲ ਆ। ਅਤੇ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ 'ਚ ਵੀ ਇੱਦਾਂ ਕਰਾਂਗੇ। ਲੋਕਾਂ ਦੀ ਜ਼ਿੰਦਗੀ ਸੌਖੀ ਕਰਨਾ ਸਾਡਾ ਜਿਹੜਾ ਮਕਸਦ ਆ ਰਾਜਨੀਤੀ 'ਚ ਆਉਣ ਦਾ, ਆਮ ਆਦਮੀ ਪਾਰਟੀ ਬਣਨ ਦਾ, ਉਹ ਸਿਰਫ ਇੱਥੋਂ ਹੀ ਚੱਲਿਆ ਸੀ ਕਿ ਜਿਹੜੀ ਲੋਕਾਂ ਦੀ ਜ਼ਿੰਦਗੀ ਆ ਉਹਦੇ ਖਰਚੇ ਘਟਾਏ ਜਾਣ। ਉਹਨਾਂ ਦੀ ਜਿਹੜੀ ਰੋਜ਼ਾਨਾ ਦੀ ਕਮੀਆਂ ਪੇਸ਼ੀਆਂ ਨੇ, ਜਿਹੜੀਆਂ ਸਰਕਾਰਾਂ ਨੇ ਅੱਜ ਤੱਕ ਸਾਨੂੰ ਉਹ ਸਹੂਲਤਾਂ ਨਹੀਂ ਦਿੱਤੀਆਂ, ਉਹ ਲੋਕਾਂ ਨੂੰ ਦਿੱਤੀਆਂ ਜਾਣ। ਲੋਕਾਂ ਦੀ ਜ਼ਿੰਦਗੀ ਸੌਖੀ ਕਰਨਾ ਸਾਡਾ ਮਕਸਦ ਆ। ਇਹੀ ਦਿੱਲੀ ਮਾਡਲ ਆ। ਕਾਫੀ ਲੋਕ ਇਹ ਇਲਜ਼ਾਮ ਵੀ ਲਗਾਉਂਦੇ ਨੇ ਕਿ ਕੇਜਰੀਵਾਲ ਸਾਹਿਬ ਜਿਹੜੀ ਚੀਜ਼ ਦੇਖਦੇ ਨੇ ਚੱਕ ਕੇ ਫ੍ਰੀ ਐਲਾਨ ਕਰ ਦਿੰਦੇ ਨੇ, ਚਾਹੇ ਉਹ ਬਿਜਲੀ ਹੋਵੇ, ਪਾਣੀ ਹੋਵੇ। ਉਹ ਗਰਾਊਂਡ ਲੈਵਲ 'ਤੇ ਉਨੀ ਕਾਰਗਰ ਸਿੱਧ ਨਹੀਂ ਹੁੰਦੀ। ਜ਼ਿਆਦਾਤਰ ਜਾਂ ਤਾਂ ਹੁੰਦੀ ਸਿਰਫ ਪੇਪਰਾਂ ਦੇ ਵਿੱਚ, ਕਾਗਜ਼ੀ ਕਾਰਵਾਈ ਹੁੰਦੀ ਉਹ, ਅਤੇ ਇੱਕ ਹੁੰਦਾ ਦੂਜਾ ਉਹਨਾਂ ਦਾ ਮਕਸਦ ਹੁੰਦਾ ਖਜ਼ਾਨੇ ਦੇ ਉੱਪਰ ਬੋਝ ਪੈਣਾ। ਤੁਸੀਂ ਕੀ ਕਹਿੰਦੇ ਹੋ? ਦੇਖੋ, ਇਹ ਚੀਜ਼ ਸਮਝਣੀ ਪੈਣੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਨੇ ਹੁਣ ਤੱਕ ਇੱਕੋ ਇੱਕ ਚੀਜ਼ ਸੁਣਾਈ ਆ ਕਿ ਖਜ਼ਾਨਾ ਖਾਲੀ ਆ, ਬਜਟ ਘਾਟੇ ਵਾਲਾ ਪੇਸ਼ ਹੋ ਰਿਹਾ। ਅਸੀਂ ਪਿਛਲੇ ਕਈ ਦਹਾਕਿਆਂ ਤੋਂ ਇਹੀ ਹਰ ਵਾਰ ਬਜਟ ਸੈਸ਼ਨ ਹੁਣ ਵੀ ਚੱਲ ਰਿਹਾ, ਸੁਣ ਲਿਓ, ਇਹੀ ਚੀਜ਼ਾਂ ਸੁਣਦੇ ਆ ਰਹੇ ਹਾਂ। ਕਦੇ ਸਾਨੂੰ ਕੋਈ ਇੱਦਾਂ ਦਾ ਲੀਡਰ ਨਹੀਂ ਮਿਲਿਆ ਜਿਹਨੇ ਕਦੇ ਪੰਜਾਬ ਦੀ ਤਰੱਕੀ ਵਾਸਤੇ ਚੋਰੀ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਵਧਾਇਆ ਹੋਵੇ, ਪੰਜਾਬ ਦੇ ਖਜ਼ਾਨੇ ਨੂੰ ਭਰਿਆ ਹੋਵੇ। ਇਹਨਾਂ ਦੀਆਂ ਆਪਣੀਆਂ ਜਾਇਦਾਦਾਂ ਕੁਛ ਕਰੋੜਾਂ ਤੋਂ ਲੈ ਕੇ ਹਜ਼ਾਰਾਂ ਕਰੋੜਾਂ 'ਚ ਹੋ ਗਈਆਂ। ਆਪਣੇ ਇਹਨਾਂ ਦੇ 500-500 ਕਰੋੜ ਦੇ ਮਹਿਲ ਬਣ ਗਏ, ਬੜੇ ਬੜੇ ਹੋਟਲ ਬਣ ਗਏ। ਉਹ ਕਿੱਥੋਂ ਬਣੇ ਨੇ? ਉਹ ਇੱਥੋਂ ਹੀ ਬਣੇ ਨੇ। ਅਰਵਿੰਦ ਕੇਜਰੀਵਾਲ ਦੀ ਸਰਕਾਰ ਆਈ ਨੂੰ 7-8 ਸਾਲ ਹੋ ਗਏ। ਤੁਸੀਂ ਸੁਣਿਆ ਵੀ ਉੱਥੇ ਕੋਈ ਘੁਟਾਲਾ ਹੋ ਗਿਆ ਹੋਵੇ 100 ਕਰੋੜ ਦਾ, ਕੋਈ 50 ਕਰੋੜ ਦਾ? ਜਦ ਕਿ ਦਿੱਲੀ ਇੱਦਾਂ ਦੀ ਸਟੇਟ ਆ, ਰਾਸ਼ਟਰ ਮੰਡਲ ਖੇਡਾਂ 'ਚ ਹਜ਼ਾਰਾਂ ਕਰੋੜ ਦਾ ਘੁਟਾਲਾ ਹੋਇਆ। ਉਹ ਪੈਸਾ ਕਿਹਦਾ ਸੀ? ਆਮ ਲੋਕਾਂ ਦਾ, ਦਿੱਲੀ ਸਰਕਾਰ ਦਾ। ਅਤੇ ਹਜ਼ਾਰਾਂ ਕਰੋੜ 'ਚ ਤੁਸੀਂ ਜਿੰਨੀਆਂ ਮਰਜ਼ੀ ਸਹੂਲਤਾਂ ਦੇ ਲਓ। ਹੁਣ ਇਹ ਤਾਂ ਤੁਸੀਂ ਦੇਖਣਾ ਨਾ ਕਿ ਤੁਸੀਂ ਆਪਣਾ ਢਿੱਡ ਭਰਨਾ ਜਾਂ ਉਸ ਪੈਸੇ ਨੂੰ ਲੋਕਾਂ ਦੀ ਸਹੂਲਤ ਵਾਸਤੇ ਵਰਤਣਾ। ਗੱਲ ਉਹੀ ਆ, ਸਰਕਾਰ ਲੋਕਾਂ ਤੋਂ ਟੈਕਸ ਲੈਂਦੀ ਆ ਅਤੇ ਲੋਕਾਂ ਨੂੰ ਸਹੂਲਤ ਦਿੰਦੀ ਆ। ਇਹੀ ਸਰਕਾਰ ਦਾ ਕੰਮ ਹੁੰਦਾ। ਪਰ ਪੰਜਾਬ 'ਚ ਸਰਕਾਰ ਲੋਕਾਂ ਤੋਂ ਟੈਕਸ ਲੈਂਦੀ ਆ, ਲੋਕਾਂ ਨੂੰ ਗੁੰਡਾ ਪਰਚੀ ਲਾ ਕੇ ਰੇਤਾ ਵੇਚਦੀ ਆ, ਲੋਕਾਂ ਨੂੰ ਬਿਨਾਂ ਟੈਕਸ ਤੋਂ ਜਿਹੜੀ ਆ ਕੇਬਲ ਚੱਲਦੀ ਆ, ਕੇਬਲ ਮਾਫੀਆ ਚੱਲਦਾ, ਉਹਦਾ ਟੈਕਸ ਨਹੀਂ। ਕੰਪਨੀਆਂ ਜਿਹੜੀਆਂ ਇਹ ਚੋਰ ਕੰਪਨੀਆਂ ਟੈਕਸ ਨਹੀਂ ਭਰਦੀਆਂ। ਇੱਕ ਪਰਮਿਟ 'ਤੇ 10-10 ਬੱਸਾਂ ਚੱਲਦੀਆਂ। ਇਹ ਜਿਹੜੀਆਂ ਚੋਰੀਆਂ ਇਹਨਾਂ ਨੂੰ ਰੋਕ ਲਓ। ਇਹੀ ਪੈਸਾ ਲੋਕਾਂ ਦੀ ਸੇਵਾ 'ਚ ਕੰਮ ਆਊਗਾ ਜੇ ਤੁਸੀਂ ਕਰਨਾ ਚਾਹੁੰਦੇ ਹੋ। ਪਰ ਅਕਾਲੀ ਦਲ ਅਤੇ ਕਾਂਗਰਸ ਨੇ ਸਹੁੰ ਖਾਧੀ ਹੋਈ ਆ ਕਿ ਲੋਕਾਂ ਦੀ ਭਲਾਈ ਨਹੀਂ ਕਰਨੀ, ਸਿਰਫ ਅਤੇ ਸਿਰਫ ਝੂਠ ਬੋਲ ਕੇ ਲੋਕਾਂ ਨੂੰ ਦਾਰੂ, ਨਸ਼ੇ ਇਹੋ ਜਿਹੇ ਪੁੱਠੇ ਪਾਸੇ ਲਾ ਕੇ ਵੋਟਾਂ ਲੈ ਕੇ ਰਾਜ ਕਰਨਾ। ਅਤੇ ਹਰ 5 ਸਾਲ ਬਾਅਦ ਉਹਨਾਂ ਨੂੰ ਪਤਾ ਕਿ ਵਾਰੀ ਆ ਜਾਣੀ। ਵਾਰੀ ਦੇ ਚੱਕਰ 'ਚ ਉਹ ਲੋਕਾਂ ਦਾ ਭਲਾ ਕਰਨਾ ਹੀ ਨਹੀਂ ਚਾਹੁੰਦੇ। ਪੰਜਾਬ ਦੇ ਵਿੱਚ ਆਪਾਂ ਵਾਪਸ ਪੰਜਾਬ ਦੀ ਸਿਆਸਤ ਦੇ ਉੱਪਰ ਆਈਏ। CM ਫੇਸ ਕੌਣ ਹੋਊਗਾ? ਅਤੇ ਜੇ ਕੱਲ੍ਹ ਨੂੰ ਮੰਨ ਲਓ ਰੁਸ਼ਪਿੰਦਰ ਸਿੰਘ ਰਾਜਾ ਦੀ ਡਿਊਟੀ ਲਾ ਦਿੰਦੀ ਆਮ ਆਦਮੀ ਪਾਰਟੀ ਹਲਕਾ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇ ਕੇ, ਜਿੱਤ ਜਾਂਦੇ ਨੇ, ਨਸ਼ੇ ਦੀ ਕੋਈ ਇੱਦਾਂ ਦੀ ਕੋਈ ਗਲਤ ਐਲੀਗੇਸ਼ਨ ਤੁਹਾਡੇ ਪਰ ਲੱਗਦੇ ਨੇ, ਫਿਰ ਕੀ ਰਾਜਾ ਜਿੱਦਾਂ ਕਹਿ ਦਿੰਦੇ ਨੇ ਕਿ ਅਸਤੀਫਾ ਦਊਗਾ ਜਿੱਤ ਕੇ? ਦੇਖੋ ਜੇ ਐਲੀਗੇਸ਼ਨ ਲੱਗ ਜਾਂਦੇ ਨੇ। ਦੇਖੋ, ਇਹ ਜਿਹੜਾ ਤੁਹਾਡਾ ਕੁਐਸਚਨ ਆ ਇਹ ਆਪਣੇ ਆਪ 'ਚ ਇੱਕ ਹਵਾਬਾਜ਼ੀ ਆ। ਨਾ ਟਿਕਟ ਦੀ ਗੱਲ ਕੋਈ ਕਲੀਅਰ ਹੋਈ ਆ, ਨਾ ਕੋਈ ਇਹੋ ਜਿਹੇ ਜੇ ਪਾਰਟੀ ਡਿਊਟੀ ਲਾ ਦਿੰਦੀ ਆ। ਇਹ ਬਾਅਦ ਦੀਆਂ ਗੱਲਾਂ। ਜਦੋਂ ਚੀਜ਼ਾਂ ਹੋਣਗੀਆਂ ਉਹ ਸਵਾਲ ਉਦੋਂ ਹੁੰਦੇ ਆ ਜਦੋਂ ਕੋਈ ਗਰਾਊਂਡ 'ਤੇ ਤੱਥ ਹੋਵੇ। ਇਹ ਕੋਈ ਸਵਾਲ ਨਹੀਂ ਹੁੰਦਾ ਵੀ ਜੇ ਭੁਚਾਲ ਆ ਜਾਊਗਾ, ਕਿੰਨੀਆਂ ਕੰਧਾਂ ਗਿਰਨਗੀਆਂ, ਕਿੰਨੀਆਂ ਖੜੀਆਂ ਰਹਿਣਗੀਆਂ ਨਾ। ਇਹ ਚੀਜ਼ਾਂ ਜਦੋਂ ਹੋਣਗੀਆਂ ਉਦੋਂ ਇਹਨਾਂ ਸਵਾਲਾਂ ਦੇ ਜਵਾਬ ਹੋਣਗੇ। ਹਜੇ ਸਿਰਫ ਅਤੇ ਸਿਰਫ ਅਸੀਂ ਵਿਰੋਧੀ ਧਿਰ 'ਚ ਬੈਠੇ ਹਾਂ ਅਤੇ ਸਰਕਾਰ ਨੂੰ ਜਗਾਉਣ ਲਈ ਧਰਨੇ, ਪ੍ਰਦਰਸ਼ਨ, ਜਿਹੜਾ ਸਾਡੀ ਡਿਊਟੀ ਪਾਰਟੀ ਦੀ, ਸਾਡੀ ਆਮ ਆਦਮੀ ਪਾਰਟੀ ਦੀ ਲੋਕਾਂ ਨੇ ਲਾਈ ਆ, ਅਸੀਂ ਉਹ ਨਿਭਾ ਰਹੇ ਹਾਂ। ਅਤੇ ਸਾਡਾ ਧਿਆਨ ਹਜੇ ਸਿਰਫ ਇਸ ਸਰਕਾਰ ਦਾ ਜੋ ਸਾਲ ਰਹਿੰਦਾ, ਜੋ ਲੋਕਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਆ, ਸਾਡੀ ਕੋਸ਼ਿਸ਼ ਆ ਅਸੀਂ ਦਬਾਅ ਬਣਾ ਕੇ ਸਰਕਾਰ ਨੂੰ ਘੇਰੀਏ, ਉਹਨਾਂ ਨੂੰ ਮਜਬੂਰ ਕਰੀਏ ਕਿ ਉਹ ਲੋਕਾਂ ਦਾ ਕੰਮ ਕਰਨ ਜਾਂ ਗੱਦੀ ਛੱਡਣ। ਕੇਜਰੀਵਾਲ ਸਾਹਿਬ ਪੰਜਾਬ ਆ ਰਹੇ ਨੇ 21 ਮਾਰਚ ਨੂੰ, ਮੇਰੇ ਸ਼ਾਇਦ 21 ਮਾਰਚ ਨੂੰ ਪੰਜਾਬ ਆ ਰਹੇ ਨੇ। ਜਦ ਉਹਨਾਂ ਦਾ ਪ੍ਰੋਗਰਾਮ ਕੀ ਆ, ਕਿਉਂ ਆ ਰਹੇ ਨੇ, ਕਿਸ ਮੁੱਦੇ 'ਤੇ ਆ ਰਹੇ ਨੇ, ਪਹਿਲਾਂ ਇਹ ਦੱਸੋ। ਦੇਖੋ, ਜਿਵੇਂ ਤੁਸੀਂ ਜਾਣਦੇ ਹੋ ਕਿ ਕਿਸਾਨੀ ਦਾ ਜਿਹੜਾ ਮੁੱਦਾ ਹੈ ਉਹ ਅੱਜ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਕਰਕੇ, ਤਾਨਾਸ਼ਾਹੀ ਰਵੱਈਏ ਕਰਕੇ ਹਜ਼ਾਰਾਂ ਕਿਸਾਨ, ਲੱਖਾਂ ਕਿਸਾਨ ਬਾਰਡਰਾਂ 'ਤੇ ਬੈਠੇ ਨੇ ਅਤੇ ਮੋਦੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਅਰਵਿੰਦ ਕੇਜਰੀਵਾਲ ਜੀ ਨੇ, ਆਮ ਆਦਮੀ ਪਾਰਟੀ ਨੇ ਦਿੱਲੀ 'ਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਸ ਅੰਦੋਲਨ ਨੂੰ।
ਜਿਹੜੀਆਂ ਵੀ ਡਿਮਾਂਡਾਂ ਸਾਡੇ ਕੋਲ ਆਈਆਂ, ਕਿਸਾਨ ਜਥੇਬੰਦੀਆਂ ਨੇ ਜੋ ਵੀ ਡਿਊਟੀ ਲਾਈ, ਅਸੀਂ ਉੱਥੇ ਸੇਵਾਦਾਰ ਬਣ ਕੇ ਨਿਭਾਈ। ਅਤੇ ਉਸ ਤੋਂ ਬਾਅਦ ਅਸੀਂ ਨੌਨ ਪੋਲੀਟੀਕਲ ਹੋ ਕੇ ਬਿਨਾਂ ਝੰਡੇ ਤੋਂ ਉਸ ਅੰਦੋਲਨ ਦਾ ਹਿੱਸਾ ਬਣੇ। ਇੱਥੋਂ ਵੀ ਅਸੀਂ ਪਿੰਡਾਂ 'ਚੋਂ, ਵੱਖ-ਵੱਖ ਪਿੰਡਾਂ 'ਚੋਂ ਦਿੱਲੀ ਚੱਲੋ ਦੇ ਨਾਅਰੇ ਹੇਠ ਬੱਸਾਂ ਵੀ ਭੇਜੀਆਂ, ਟਰਾਲੀਆਂ ਵੀ ਭੇਜੀਆਂ, ਅਤੇ ਯੂਥ ਨੂੰ ਵੀ ਕਿਹਾ ਵੀ ਵੱਧ ਤੋਂ ਵੱਧ ਉੱਥੇ ਹਾਜ਼ਰੀ ਲਵਾਈ ਜਾਵੇ। ਅਤੇ ਹੁਣ ਸਮਾਂ ਆ ਗਿਆ ਕਿ ਉਸ ਅੰਦੋਲਨ ਨੂੰ ਹੋਰ ਤਕੜਾ ਕਰਨ ਲਈ, ਆਮ ਲੋਕਾਂ ਦੀ ਲਾਮਬੰਦੀ ਲਈ ਸਾਨੂੰ ਪਿੰਡ-ਪਿੰਡ ਘੁੰਮਣਾ ਪੈਣਾ, ਸਾਨੂੰ ਬੜੀਆਂ ਰੈਲੀਆਂ ਕਰਨੀਆਂ ਪੈਣੀਆਂ ਕਿਸਾਨਾਂ ਦੇ ਹੱਕ 'ਚ। ਉਸੇ ਸਿਲਸਿਲੇ ਨੂੰ ਤਕੜਾ ਕਰਨ ਲਈ ਅਸੀਂ ਕਿਸਾਨ ਸੰਮੇਲਨ, ਕਿਸਾਨ ਮਹਾਂ ਸੰਮੇਲਨ ਦੇ ਨਾਂ 'ਤੇ 21 ਮਾਰਚ ਨੂੰ ਬਾਘੇ ਪੁਰਾਣੇ ਅਰਵਿੰਦ ਕੇਜਰੀਵਾਲ ਜੀ ਆ ਰਹੇ ਹਾਂ, ਅਤੇ ਪੂਰੇ ਪੰਜਾਬ 'ਚੋਂ ਇਕੱਲੇ ਪਿੰਡ 'ਚੋਂ ਲੋਕਾਂ ਨੂੰ ਉੱਥੇ ਲੈ ਕੇ ਜਾਵਾਂਗੇ, ਅਤੇ ਆਪਣੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਆ, ਜੋ ਅਸੀਂ ਕਿਸਾਨਾਂ ਲਈ ਕਰਨਾ ਹੈ, ਜੋ ਅਸੀਂ ਸੋਚਿਆ ਹੋਇਆ, ਉਹ ਲੋਕਾਂ ਦੇ ਅੱਗੇ ਰੱਖਾਂਗੇ। ਬਾਈ, ਕੇਜਰੀਵਾਲ ਸਾਹਿਬ ਆ ਰਹੇ ਨੇ ਪੰਜਾਬ, ਜਦ ਕਿ ਲੱਖਾਂ ਕਿਸਾਨ ਉਹਨਾਂ ਤੋਂ ਕੁਝ ਕਿਲੋਮੀਟਰ ਦੂਰ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਜਾ ਕੇ ਜ਼ਿਆਦਾ ਵਧੀਆ ਸੁਨੇਹਾ ਦੇ ਸਕਦੇ ਸੀ ਉਹ ਕਿਸਾਨਾਂ ਨੂੰ, ਜਦ ਕਿ ਪੰਜਾਬ ਦਾ ਕਿਸਾਨ ਤਾਂ ਜਿਹੜਾ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ ਦੇ ਉੱਪਰ ਜਾ ਰਿਹਾ, ਜਾਂ ਕੇਜਰੀਵਾਲ ਸਾਹਿਬ ਨੂੰ ਉਹਨਾਂ ਸਟੇਟਾਂ ਦੇ ਵਿੱਚ ਜਾਣਾ ਚਾਹੀਦਾ ਸੀ ਜਿੱਥੇ ਦਾ ਕਿਸਾਨ ਉੱਥੇ ਘੱਟ ਗਿਣਤੀ ਦੇ ਵਿੱਚ ਪਹੁੰਚ ਰਿਹਾ? ਤੁਹਾਨੂੰ ਪਤਾ ਹੋਣਾ, 4 ਦਿਨ ਪਹਿਲਾਂ ਸਾਡੀ ਮੇਰਠ ਰੈਲੀ ਹੋਈ ਆ ਕਿਸਾਨ ਮਹਾਂ ਸੰਮੇਲਨ ਦੇ, ਪਤਾ ਜੀ ਤੁਹਾਨੂੰ? ਹਾਂਜੀ। ਤੁਹਾਨੂੰ ਪਤਾ ਅਰਵਿੰਦ ਕੇਜਰੀਵਾਲ ਜੀ ਸਿੰਘੂ ਬਾਰਡਰ 'ਤੇ ਵੀ ਜਾ ਕੇ ਆਏ ਆ, ਤੁਹਾਨੂੰ ਪਤਾ ਸ਼ੰਭੂ ਬਾਰਡਰ 'ਤੇ ਵੀ ਜਾ ਕੇ ਆਏ ਆ। ਸੋ ਇਹ ਗੱਲ ਨਹੀਂ ਹੁੰਦੀ ਵੀ ਉੱਥੇ ਜਾਣਾ ਚਾਹੀਦਾ, ਕਿਉਂਕਿ ਜੇ ਇੱਥੇ ਨਾ ਆਉਂਦੇ ਤੁਸੀਂ ਕਹਿਣਾ ਉੱਥੇ ਜਾਣਾ ਚਾਹੀਦਾ। ਹਰ ਜਗ੍ਹਾ ਜਾਂਦੇ ਨੇ ਉਹ, ਅਤੇ ਜਾ ਰਹੇ ਨੇ, ਅਤੇ ਜਾਣਗੇ। ਜਿੱਥੇ ਜਿੱਥੇ ਸਾਡਾ ਸੰਗਠਨ ਆ, ਜਿੱਥੇ ਜਿੱਥੇ ਸਾਡੀ ਪਾਰਟੀ 'ਚ ਵਰਕਰ ਸਾਨੂੰ ਬੁਲਾਉਂਦੇ ਨੇ, ਜਿੱਥੇ ਜਿੱਥੇ ਸਾਡਾ ਵਲੰਟੀਅਰ ਸਾਨੂੰ ਕਹਿੰਦਾ ਵੀ ਇੱਥੇ ਆਓ, ਉੱਥੇ ਉੱਥੇ ਅਰਵਿੰਦ ਕੇਜਰੀਵਾਲ ਜੀ ਜਾ ਰਹੇ ਨੇ। ਯੂਪੀ 'ਚ ਮੇਰਠ 'ਚ ਰੈਲੀ ਕੀਤੀ ਆ, ਅਤੇ ਪੰਜਾਬ 'ਚ ਕਰਾਂਗੇ। ਹੋਰ ਵੀ ਜਿੱਥੇ ਜਿੱਥੇ, ਜਿੱਦਾਂ ਗੋਆ, ਰਾਜਸਥਾਨ, ਜਿੱਥੇ ਜਿੱਥੇ ਦੇ ਵਲੰਟੀਅਰ, ਜਿੱਥੇ ਜਿੱਥੇ ਦੇ ਕਿਸਾਨ ਕਹਿਣਗੇ ਵੀ ਸਾਡੇ 'ਚ ਆਓ ਅਤੇ ਸਾਨੂੰ ਆਪਣਾ ਪ੍ਰੋਗਰਾਮ ਦੱਸੋ। ਮੇਨ ਮਕਸਦ ਹੈ ਕਿਸਾਨਾਂ ਦੀ ਜਿਹੜੀ ਸਮੱਸਿਆ ਹੈ ਉਹਨੂੰ ਹੱਲ ਵੀ ਕਰਨਾ। ਇੱਕ ਕਿਤੇ ਜਾਣ ਨਾਲ ਸਮੱਸਿਆ ਹੱਲ ਤਾਂ ਨਹੀਂ ਹੁੰਦੀ, ਪਰ ਉੱਥੇ ਜਾ ਕੇ ਅਸੀਂ ਆਪਣਾ ਪ੍ਰੋਗਰਾਮ ਦੱਸਣਾ, ਅਸੀਂ ਕਿਵੇਂ ਹੱਲ ਕਰਾਂਗੇ। ਕਿਸਾਨਾਂ ਦੀ ਲਾਮਬੰਦੀ ਜ਼ਰੂਰੀ ਆ। ਅਤੇ ਜਿਵੇਂ ਹੁਣ ਪਿਛਲੀਆਂ ਤੁਸੀਂ MC ਦੀਆਂ ਇਲੈਕਸ਼ਨਾਂ 'ਚ ਦੇਖਿਆ ਹੋਣਾ, ਕੈਪਟਨ ਸਰਕਾਰ ਨੇ ਵੈਸੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਇਲੈਕਸ਼ਨਾਂ ਕਰਵਾਈਆਂ, ਪਰ ਉਹਦੇ 'ਚ ਪੰਜਾਬ ਦੇ ਲੋਕਾਂ ਨੇ BJP ਨੂੰ ਦੱਸਤਾ ਕਿ BJP ਤੁਹਾਡੀ ਜਿਹੜੀ ਕਿਸਾਨਾਂ ਨਾਲ ਦਗਾ ਕਰਕੇ ਤੁਸੀਂ ਜਿਹੜਾ ਧੋਖਾ ਕਮਾਇਆ, ਉਹਦਾ ਨਤੀਜਾ ਪੰਜਾਬ ਦੇ ਲੋਕਾਂ ਨੇ ਸਾਹਮਣੇ ਲਿਆ ਕੇ ਰੱਖਤਾ। ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ BJP ਨੂੰ ਅਤੇ ਇਸ ਬਿੱਲ ਦੀ ਹਮਾਇਤ ਕਰਨ ਵਾਲੇ ਅਕਾਲੀ ਦਲ, ਅਤੇ ਇਸ ਬਿੱਲ ਨੂੰ ਹੁਣ ਤੱਕ ਵਿਰੋਧ ਨਾ ਕਰਕੇ ਪਾਸ ਹੋਣ ਲਈ ਮਜਬੂਰ, ਕਿਉਂਕਿ ਕੋਈ ਵੀ ਜਦੋਂ ਆਰਡੀਨੈਂਸ ਬਣਦਾ ਉਹਦੇ 'ਚ ਪੰਜਾਬ ਸਰਕਾਰ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਜਿੱਥੇ ਮਨਪ੍ਰੀਤ ਬਾਦਲ ਗਏ ਸੀ ਅਤੇ ਇਹਨਾਂ ਨੇ ਆ ਕੇ ਕੋਈ ਐਕਸ਼ਨ ਨਹੀਂ ਲਿਆ, ਕੋਈ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਨਹੀਂ ਆਇਆ, ਹਰਸਿਮਰਤ ਕੌਰ ਬਾਦਲ ਉਹਦੀਆਂ ਸਿਫਤਾਂ ਕਰੀ ਗਈ, ਅਤੇ ਇਹਨਾਂ ਚੀਜ਼ਾਂ ਕਰਕੇ ਇਹ ਬਿੱਲ ਕਾਨੂੰਨ ਬਣੇ ਨੇ ਅਤੇ ਪਾਸ ਹੋਏ ਨੇ। ਅਸੀਂ ਇਹਨਾਂ ਤਿੰਨਾਂ ਪਾਰਟੀਆਂ ਨੂੰ, BJP, ਅਕਾਲੀ ਦਲ ਅਤੇ ਕਾਂਗਰਸ ਨੂੰ ਨੰਗਾ ਕਰਾਂਗੇ ਕਿ ਕਿਵੇਂ ਉਹਨਾਂ ਨੇ ਕਿਸਾਨਾਂ ਦੇ ਨਾਲ ਧਰੋਹ ਕਮਾਇਆ, ਕਿਵੇਂ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਖੜ੍ਹਨ ਦੀ ਬਜਾਏ ਵਪਾਰੀ ਜਿਹੜੇ ਲੋਟੂ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੇ ਇਹ ਬਿੱਲ ਬਣਵਾਏ ਨੇ, ਇਹ ਤਿੰਨੇ ਪਾਰਟੀਆਂ ਉਹਨਾਂ ਦੇ ਹੱਕ 'ਚ ਖੜ੍ਹੀਆਂ। ਅਸੀਂ ਇਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਇਹ ਲੋਕ ਪੰਜਾਬ ਦਾ ਨੁਕਸਾਨ ਨਾ ਕਰ ਸਕਣ, ਅਤੇ ਇਹਨਾਂ ਲੋਕਾਂ ਨੂੰ ਸੱਤਾ ਤੋਂ ਦੂਰ ਕੀਤਾ ਜਾ ਸਕੇ, ਅਤੇ ਕਿਸਾਨੀ ਨੂੰ, ਨੌਜਵਾਨੀ ਨੂੰ ਬਚਾਇਆ ਜਾ ਸਕੇ। ਬਾਘੇ ਪੁਰਾਣੇ ਦਾ ਜਿਹੜਾ ਕਿਸਾਨੀ ਮਹਾਂ ਸੰਮੇਲਨ ਤੁਸੀਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਦਾ, ਉਹ ਕਿਸ ਦੇ ਝੰਡੇ ਹੇਠ ਹੋਊਗਾ? ਕਿਸਾਨੀ ਝੰਡਾ ਜਾਂ ਆਮ ਆਦਮੀ ਪਾਰਟੀ ਦਾ ਝੰਡਾ? ਦੋਨੋਂ ਝੰਡਿਆਂ ਹੇਠ ਹੋਊਗਾ ਜੀ, ਆਮ ਆਦਮੀ ਪਾਰਟੀ ਦਾ ਅਤੇ ਕਿਸਾਨੀ ਦਾ ਝੰਡਾ। ਕਿਸਾਨੀ ਮਹਾਂ ਸੰਮੇਲਨ ਆ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਆਉਣਗੇ, ਕਿਸਾਨ ਵੀ ਆਉਣਗੇ, ਅਤੇ ਸਾਡੀ ਪਾਰਟੀ ਆਪਣਾ ਕਿਸਾਨਾਂ ਦਾ ਸਾਥ ਦੇਣ ਦਾ ਵਾਅਦਾ ਕਰੂਗੀ। ਹਰ ਚੰਗੇ ਮਾੜੇ ਸਮੇਂ 'ਚ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ, ਅਤੇ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਲਈ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾਊਗਾ ਕਿ ਕਿਵੇਂ ਕਿਵੇਂ ਸਾਡੇ ਨਾਲ ਧਰੋਹ ਹੋਇਆ, ਤਾਂ ਕਿ ਅਸੀਂ ਅੱਗੇ ਨੂੰ ਇਹਨਾਂ ਤਿੰਨਾਂ ਚੋਰ ਪਾਰਟੀਆਂ ਤੋਂ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਵਪਾਰੀ ਨੂੰ ਬਚਾ ਸਕੀਏ। ਉਹਦਾ ਇੱਕੋ ਇੱਕ ਰਸਤਾ ਹੈ, ਲੋਕਾਂ ਨੂੰ ਜਾਗਰੂਕ ਕਰਨਾ, ਉਹਨਾਂ ਨੂੰ ਸਹੀ ਜਾਣਕਾਰੀ ਦੇਣਾ, ਅਤੇ ਇਹਨਾਂ ਲੋਕਾਂ ਨੂੰ ਸੱਤਾ ਤੋਂ ਦੂਰ ਕਰਨਾ, ਤਾਂ ਜੋ ਇਸ ਤਰ੍ਹਾਂ ਦੇ ਗਲਤ ਫੈਸਲੇ ਦੁਬਾਰਾ ਸਾਡੇ 'ਤੇ ਕਿਸੇ ਵੀ ਕਾਨੂੰਨ ਰਾਹੀਂ ਦੁਬਾਰਾ ਨਾ ਥੋਪ ਸਕਣ। ਇੱਕ ਆਖਰੀ ਸਵਾਲ, ਆਮ ਆਦਮੀ ਪਾਰਟੀ 2022 ਦੀ ਇਲੈਕਸ਼ਨ ਇਕੱਲੇ ਆਪਣੇ ਦਮ 'ਤੇ ਲੜੂਗੀ ਜਾਂ ਕੋਈ ਪਾਰਟੀ ਇਹੋ ਜਿਹੀ ਹੋਂਦ ਦੇ ਵਿੱਚ ਹੋਰ ਆਉਂਦੀ ਆ ਉਹਦੇ ਨਾਲ ਜਿਹੜਾ ਅਲਾਇੰਸ ਕਰਨ ਦੀ ਵੀ ਜਿਹੜੀ ਕੋਸ਼ਿਸ਼ ਹੋਊਗੀ?
ਬਿਲਕੁਲ ਆਮ ਆਦਮੀ ਪਾਰਟੀ ਆਪਣੇ ਦਮ ਤੇ 117 ਦੀ 117 ਸੀਟਾਂ ਲੜੂਗੀ। ਆਮ ਆਦਮੀ ਪਾਰਟੀ ਨੂੰ ਫਿਲਹਾਲ ਕਿਸੇ ਵੀ ਗੱਠਜੋੜ ਦੀ ਜਾਂ ਕਿਸੇ ਦੀ ਕੋਈ ਲੋੜ ਨਹੀਂ। ਸਾਡਾ ਆਪਣਾ ਸੰਗਠਨ, ਸਾਡੇ ਆਪਣੇ ਵਲੰਟੀਅਰ, ਸਾਡੇ ਆਪਣੇ ਲੀਡਰ ਸਾਹਿਬਾਨ ਪੂਰੀ ਤਨਦੇਹੀ ਨਾਲ, ਮਿਹਨਤ ਨਾਲ ਲੱਗੇ ਹੋਏ ਨੇ ਅਤੇ ਡਟ ਕੇ ਅਸੀਂ ਇਹਨਾਂ ਲੋਟੂ ਸਰਕਾਰਾਂ ਦਾ, ਇਹਨਾਂ ਲੋਟੂ ਪਾਰਟੀਆਂ ਦਾ, ਜਿਹੜੇ ਪੈਸੇ ਦੇ ਜ਼ੋਰ 'ਤੇ ਸਰਕਾਰਾਂ ਬਣਾਉਣੀਆਂ ਜਾਣਦੇ ਨੇ, ਉਹਨਾਂ ਦਾ ਡਟ ਕੇ ਮੁਕਾਬਲਾ ਕਰਾਂਗੇ। ਅਤੇ ਪੰਜਾਬ ਵਿੱਚ ਇੱਕ ਇਮਾਨਦਾਰ, ਇੱਕ ਸੱਚੀ ਸੁੱਚੀ ਕੰਮ ਕਰਨ ਵਾਲੀ ਇਮਾਨਦਾਰ ਰਾਜਨੀਤੀ ਨੂੰ ਅੱਗੇ ਲੈ ਕੇ ਆਉਣ ਵਾਲੀ, ਆਮ ਘਰਾਂ 'ਚੋਂ ਰਾਜਨੀਤੀ ਨੂੰ ਆਮ ਘਰਾਂ ਤੱਕ ਲੈ ਕੇ ਜਾਣ ਵਾਲੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ। ਇੱਕ ਇੰਟਰਸਟਿੰਗ ਜਿਹਾ ਸਵਾਲ, ਕੀ ਰਸ਼ਪਿੰਦਰ ਸਿੰਘ ਰਾਜਾ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਲਈ ਦਾਅਵਾ ਠੋਕਣਗੇ? ਦੇਖੋ, ਆਮ ਆਦਮੀ ਪਾਰਟੀ ਇੱਕ ਲੋਕਤੰਤਰਿਕ ਪਾਰਟੀ ਹੈ। ਦਾਅਵਾ ਤੁਸੀਂ ਵੀ ਠੋਕ ਸਕਦੇ ਹੋ, ਸਾਡਾ ਕੈਮਰਾਮੈਨ ਵੀਰ ਇਹ ਵੀ ਦਾਅਵਾ ਠੋਕ ਸਕਦਾ। ਇਹਦੇ ਦਾਅਵੇ ਵਾਲੀ ਕੋਈ ਗੱਲ ਨਹੀਂ ਹੁੰਦੀ। ਆਮ ਆਦਮੀ ਪਾਰਟੀ ਦਾ ਮਕਸਦ ਆ ਸਾਡਾ ਕੰਮ ਕਰਨਾ, ਸੇਵਾ ਕਰਨਾ। ਜੋ ਵੀ ਪਾਰਟੀ ਨੂੰ ਲੱਗਦਾ ਹੈ ਕਿ ਹਲਕੇ ਦੀ ਸੇਵਾ ਕਰ ਸਕਦਾ, ਹਲਕੇ ਦੀ ਜਿਹੜੀ ਤਰੱਕੀ ਆ ਉਹਦੇ 'ਚ ਯੋਗਦਾਨ ਪਾ ਸਕਦਾ, ਆਮ ਆਦਮੀ ਪਾਰਟੀ ਉਹਨੂੰ ਮੌਕਾ ਦੇਊਗੀ, ਚਾਹੇ ਕੋਈ ਵੀ ਹੋਵੇ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਸਾਰੇ ਦਰਸ਼ਕਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸੁਣੇ ਤੁਸੀਂ ਨੇ ਬਾਈ ਰਸ਼ਪਿੰਦਰ ਰਾਜੇ ਦੇ ਵਿਚਾਰ, ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਕਿਸਾਨੀ ਸੰਘਰਸ਼ ਦੀ ਜਿਹੜੀ ਹਮਾਇਤ ਦੇਣ ਦਾ ਇਹਨਾਂ ਨੇ ਐਲਾਨ ਕੀਤਾ। ਅਤੇ ਆਉਣ ਵਾਲੀਆਂ ਨੀਤੀਆਂ ਬਾਰੇ ਅਰਵਿੰਦ ਕੇਜਰੀਵਾਲ ਸਾਹਿਬ 21 ਮਾਰਚ ਨੂੰ ਜਿਹੜਾ ਪੰਜਾਬ ਦੀ ਬਾਘੇ ਪੁਰਾਣੇ ਰੈਲੀ, ਉਹਦੇ ਬਾਰੇ ਵੀ ਚਾਨਣਾ ਪਾਇਆ ਅਤੇ ਵਾਅਦੇ ਵੀ ਕੀਤੇ ਕਿ ਅਸੀਂ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਲੋਕਾਂ ਨੂੰ ਨਸ਼ੇ ਤੋਂ ਰਹਿਤ ਕਰ ਦੇਵਾਂਗੇ, ਸਕੂਲੀ ਸਿੱਖਿਆ ਜਿਹੜੀ ਵਧੀਆ ਕਰ ਦੇਵਾਂਗੇ। ਦੇਖਣਾ ਇਹ ਹੋਵੇਗਾ ਕਿ ਇਹਨਾਂ ਦੇ ਦਾਅਵੇ ਅਤੇ ਵਾਅਦੇ ਨੇ ਜਿਹੜੇ ਉਹ ਹੋਰ ਸਰਕਾਰਾਂ ਵਾਂਗ ਸਿਰਫ ਕਾਗਜ਼ਾਂ ਦੇ ਵਿੱਚ ਰਹਿੰਦੇ ਨੇ, ਜਾਂ ਇਹਨਾਂ ਨੂੰ ਗਰਾਊਂਡ ਲੈਵਲ ਦੇ ਉੱਪਰ ਜਿਹੜਾ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਇਹ ਕਾਮਯਾਬ ਹੁੰਦੇ ਨੇ। ਪ੍ਰਾਈਡ ਪੰਜਾਬ ਟੀਵੀ ਦੇ ਲਈ ਸੰਸਾਰਦੀਪ ਸਿੰਘ, ਫਤਿਹਗੜ੍ਹ ਸਾਹਿਬ। ਹਾਂਜੀ ਦੋਸਤੋ, ਮੈਂ ਤੁਹਾਡਾ ਆਪਣਾ ਰਸ਼ਪਿੰਦਰ ਸਿੰਘ ਰਾਜਾ, ਹਲਕਾ ਫਤਿਹਗੜ੍ਹ ਸਾਹਿਬ ਤੋਂ। ਅਤੇ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਵੀ ਮੇਰੇ ਵੀਰਾਂ ਨੇ ਹਜੇ ਪ੍ਰਾਈਡ ਪੰਜਾਬ ਟੀਵੀ ਦਾ ਫੇਸਬੁੱਕ ਅਤੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਹੈ ਕਿ ਛੇਤੀ ਤੋਂ ਛੇਤੀ ਇਸ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਤੁਹਾਨੂੰ ਸਾਰੇ ਪੰਜਾਬ ਦੀਆਂ ਚੰਗੀਆਂ ਚੰਗੀਆਂ ਖਬਰਾਂ, ਪਾਏਦਾਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।